ਇਹ ਪਾਵਨ ਸ਼ਲੋਕ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਹੋਇਆ ਹੈ। ਜਦੋਂ ਇਸ ਸ਼ਲੋਕ ਨੂੰ ਅਸੀਂ ਪੜ੍ਹਿਆ, ਇਸ ਸ਼ਲੋਕ ਦੇ ਵਿੱਚ ਵਾਰ-ਵਾਰ ਇੱਕ ਲਫ਼ਜ਼ ਰਿਪੀਟ ਹੋਇਆ, ਵਿਸਮਾਦ। ਵਿਸਮਾਦ ਕੀ ਹੈ? ਵਿਸਮਾਦ ਇੱਕ ਅਵਸਥਾ ਦਾ ਨਾਮ ਹੈ, ਜਿਹੜੀ ਅਵਸਥਾ ਹਰੇਕ ਮਨੁੱਖ ਪ੍ਰਾਪਤ ਕਰ ਸਕਦਾ ਹੈ, ਪਰ ਇਸ ਅਵਸਥਾ ਨੂੰ ਪ੍ਰਾਪਤ ਕਰਨ ਦੇ ਲਈ ਆਪਾ ਸਮਰਪਿਤ ਗੁਰੂ ਨੂੰ ਕਰਨਾ ਪੈਂਦਾ, ਫਿਰ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਇਸ ਅਵਸਥਾ ਦੇ ਵਿੱਚ ਹੁੰਦਾ ਕੀ ਹੈ? ਜਿੱਥੇ ਪਿਆਰ ਤੇ ਹੈਰਾਨਗੀ, ਇਹ ਦੋਵੇਂ ਚੀਜ਼ਾਂ ਇਕੱਠੀਆਂ ਹੋ ਜਾਣ, ਉਸ ਨੂੰ ਵਿਸਮਾਦ ਦੀ ਅਵਸਥਾ ਕਿਹਾ ਜਾਂਦਾ ਹੈ। ਹੁਣ ਜਦੋਂ ਗੁਰੂ ਦੇ ਪ੍ਰਤੀ ਪਿਆਰ ਪੈਦਾ ਹੋ ਗਿਆ ਜੀਵਨ ਦੇ ਵਿੱਚ, ਜਦੋਂ ਇਸ ਪਿਆਰ ਨੂੰ ਜੀਵਨ ਵਿੱਚ ਕਮਾਇਆ, ਜਦੋਂ ਗੁਰੂ ਦੇ ਗੁਣਾਂ ਨੂੰ ਜੀਵਨ ਦੇ ਵਿੱਚ ਕਮਾਇਆ, ਤਾਂ ਬੰਦਾ ਜਿੱਧਰ ਵੀ ਵੇਖਦਾ ਹੈ ਉਸ ਕਾਦਰ ਦੀ ਬਣਾਈ ਕੁਦਰਤ ਦੇ ਵਿੱਚੋਂ ਉਸ ਨੂੰ ਕਾਦਰ ਦੇ ਦਰਸ਼ਨ ਹੁੰਦੇ ਨੇ, ਕਾਦਰ ਦਿਸਦਾ। ਹੁਣ ਵਾਹਿਗੁਰੂ ਜਿਹੜਾ ਲਫ਼ਜ਼ ਹੈ ਉਹ ਵੀ ਇਸ ਤਰ੍ਹਾਂ ਹੀ ਹੈ। ਜਦੋਂ ਭਾਟ ਸਾਹਿਬਾਨਾਂ ਨੇ ਵਾਹਿਗੁਰੂ ਸ਼ਬਦ ਦੀ ਵਰਤੋਂ ਕੀਤੀ ਹੈ ਤਾਂ ਉਹਨਾਂ ਨੇ ਉਦੋਂ ਇਹ ਲਫ਼ਜ਼ ਦੀ ਵਰਤੋਂ ਕੀਤੀ ਜਦੋਂ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਆਪ ਹੀ ਆਖਿਆ ਕਿ ਰਹੇ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀ ਮੁੱਖੋਂ ਪੰਡਤ ਬੈਠੇ। ਕਿਉਂਕਿ ਜਿਹੜੇ ਭਾਟ ਸਾਹਿਬਾਨ ਸਨ ਉਹ ਪਹਿਲਾਂ ਬਹੁਤ ਜਗ੍ਹਾ ਤੋਂ ਘੁੰਮ ਕੇ ਆਏ ਸਨ, ਪਰ ਉਹਨਾਂ ਨੇ ਕਿਹਾ ਕਿ ਜਦੋਂ ਇਹ ਗੁਰੂ ਜੀ ਅਸੀਂ ਬਾਣੀ ਨੂੰ ਪੜ੍ਹਿਆ, ਵਿਚਾਰਿਆ, ਜੀਵਨ ਵਿੱਚ ਕਮਾਇਆ, ਤੇ ਕਹਿੰਦੇ ਸਾਡੇ ਜੀਵਨ ਵਿੱਚ ਤਬਦੀਲੀ ਆ ਗਈ ਹੈ, ਤੇ ਕਹਿੰਦੇ ਅਸੀਂ ਕਹਿਣ ਤੇ ਮਜਬੂਰ ਹੋ ਗਏ, ਹੇ ਗੁਰੂ ਤੂੰ ਵਾਹ ਵਾਹ ਗੁਰੂ, ਕਿ ਜਿਹਨੇ ਸਾਡਾ ਜੀਵਨ ਤਬਦੀਲ ਕਰਕੇ ਰੱਖ ਦਿੱਤਾ। ਕਿਉਂਕਿ ਪਹਿਲਾਂ ਕਈ ਥਾਵਾਂ 'ਤੇ ਗਏ, ਉਹਨਾਂ ਨੇ ਆਖਿਆ ਕਿ ਬੜੇ ਵੱਡੇ ਤਪੱਸੀ ਸੰਤ ਅਸੀਂ ਪੰਡਤ ਬੈਠੇ ਜਿਹੜੇ ਨੇ ਵੇਖੇ, ਪਰ ਉਹ ਮੂੰਹ ਤੋਂ ਸਿਰਫ ਧਰਮ ਦੀਆਂ ਗੱਲਾਂ ਕਰਦੇ ਸੀ, ਉਹਨਾਂ ਦੇ ਜੀਵਨ ਦੇ ਵਿੱਚ ਧਰਮ ਹੈ ਨਹੀਂ ਸੀ। ਪਰ ਜਦ ਅਸੀਂ ਗੁਰੂ ਦੇ ਕੋਲ ਆਏ ਹਾਂ ਤਾਂ ਗੁਰੂ ਨੇ ਸਾਡਾ ਜੀਵਨ ਤਬਦੀਲ ਕਰ ਦਿੱਤਾ, ਤੇ ਅਸੀਂ ਇਹ ਕਹਿਣ ਤੇ ਮਜਬੂਰ ਹੋ ਗਏ, ਵਾਹ ਗੁਰੂ, ਹੇ ਗੁਰੂ ਤੂੰ ਵਾਹ ਹੈ। ਪਰ ਸਾਡਾ ਹਾਲ ਕੀ ਹੈ? ਅਸੀਂ ਜਪਜੀ ਸਾਹਿਬ ਦੇ ਅਰਥ ਨਹੀਂ ਪੜ੍ਹੇ ਹੁੰਦੇ, ਮੂਲ ਮੰਤਰ ਦੇ ਅਰਥ ਨਹੀਂ ਪੜ੍ਹੇ ਹੁੰਦੇ, ਅਸੀਂ ਗੁਰਦੁਆਰੇ ਉੱਚੀ ਆ ਕੇ ਵਾਹਿਗੁਰੂ 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 ਕਰਕੇ ਘਰਾਂ ਨੂੰ ਚਲੇ ਜਾਂਦੇ ਹਾਂ, ਤੇ ਅਸੀਂ ਸਮਝਦੇ ਹਾਂ ਕਿ ਅਸੀਂ ਬੜੀ ਵੱਡੀ ਭਗਤੀ ਕਰਕੇ ਆਏ ਹਾਂ। ਪਰ ਵਾਹਿਗੁਰੂ ਸਾਡਾ ਕਿਹਾ ਹੈ ਉਦੋਂ ਪ੍ਰਵਾਨ ਹੋਵੇਗਾ ਜਦੋਂ ਅਸੀਂ ਗੁਰਬਾਣੀ ਦੀ ਵਿਚਾਰ ਤੋਂ ਪ੍ਰਭਾਵਿਤ ਹੋ ਕੇ, ਚਾਹੇ ਸਾਡੀ ਜ਼ੁਬਾਨ ਵਾਹਿਗੁਰੂ ਸ਼ਬਦ ਕਹਿਣ ਨੂੰ ਤਿਆਰ ਨਹੀਂ, ਸਾਡੇ ਅੰਦਰੋਂ ਹੀ ਆਪ ਮੁਹਾਰੇ ਇਹ ਲਫ਼ਜ਼ ਨਿਕਲੇ, ਵਾਹਿਗੁਰੂ ਹੇ ਗੁਰੂ ਤੂੰ ਵਾਹ ਹੈ, ਜਿਹਨੇ ਸਾਡਾ ਜੀਵਨ ਤਬਦੀਲ ਕਰਕੇ ਰੱਖ ਦਿੱਤਾ। ਅੱਜ ਵੇਖੀਦਾ ਹੀ ਹੈ ਸੋਸ਼ਲ ਮੀਡੀਆ 'ਤੇ ਵੀ ਕਈ ਤਰ੍ਹਾਂ ਦੇ ਨਾਲ, ਕਈ ਤਰੀਕਿਆਂ ਦੇ ਨਾਲ ਜਿਹੜਾ ਨਾਮ ਜਪਿਆ ਜਾ ਰਿਹਾ। ਕੋਈ ਲਾਈਟਾਂ ਬੰਦ ਕਰਕੇ ਨਾਮ ਜਪਣ ਨੂੰ ਕਹਿ ਰਿਹਾ, ਕੋਈ ਲਾਈਟਾਂ ਜਗਾ ਕੇ ਕਹਿ ਰਿਹਾ ਹੈ। ਨਾਮ ਇਸ ਤਰ੍ਹਾਂ ਜਪਿਆ ਜਾ ਰਿਹਾ, ਗੁਰਦੁਆਰਿਆਂ ਦੇ ਵਿੱਚ ਪੱਗਾਂ ਖੁੱਲ੍ਹ ਜਾਂਦੀਆਂ ਨੇ ਕਈਆਂ ਦੀਆਂ। ਇਸ ਨੂੰ ਨਾਮ ਜਪਣਾ ਤਾਂ ਨਹੀਂ ਕਿਹਾ ਜਾਂਦਾ। ਹੁਣ ਜਿਹੜੀ ਅਵਸਥਾ ਭਾਟ ਸਾਹਿਬਾਨਾਂ ਨੇ ਆਪਣੇ ਜੀਵਨ ਦੇ ਵਿੱਚ ਕਮਾਈ ਹੈ, ਹੰਢਾਈ ਹੈ, ਉਸ ਅਵਸਥਾ ਦੀ ਗੱਲ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਤੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸ਼ਲੋਕ ਦੇ ਵਿੱਚ ਆਖਿਆ, ਵਿਸਮਾਦ ਨਾਦ, ਵਿਸਮਾਦ ਵੇਦ। ਨਾਦ ਭਾਵ ਆਵਾਜ਼, ਧੁਨ, ਧੁਨੀ। ਹੁਣ ਸੰਸਾਰ ਦੇ ਵਿੱਚ ਇਸ ਕਾਦਰ ਨੇ ਜੋ ਕੁਦਰਤ ਬਣਾਈ ਹੈ, ਉਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ ਨੇ, ਧੁਨੀਆਂ ਨੇ। ਸ਼ੇਰ ਦੀ ਆਪਣੀ ਦਹਾੜ ਹੈ, ਤੋਤੇ ਦੀ ਆਪਣੀ ਆਵਾਜ਼ ਹੈ, ਚੀਤੇ ਦੀ ਆਪਣੀ ਆਵਾਜ਼ ਹੈ, ਬੰਦੇ ਦੀ ਆਪਣੀ ਆਵਾਜ਼ ਹੈ, ਕੁੱਤੇ ਦੀ ਆਪਣੀ ਆਵਾਜ਼ ਹੈ, ਬਾਂਦਰ ਦੀ ਆਪਣੀ ਆਵਾਜ਼ ਹੈ। ਇੱਥੋਂ ਤੱਕ ਕਿ ਜਿਹੜੇ ਸਾਜ਼ ਨੇ, ਹਾਰਮੋਨੀਅਮ ਵਜਾਇਆ ਜਾਂਦਾ, ਹਾਰਮੋਨੀਅਮ ਦੀ ਆਪਣੀ ਆਵਾਜ਼ ਹੈ, ਤਬਲੇ ਦੀ ਇੱਕ ਆਪਣੀ ਆਵਾਜ਼ ਹੈ, ਤਾਉਸ ਦੀ ਆਪਣੀ ਆਵਾਜ਼ ਹੈ। ਹੁਣ ਬੰਦਾ ਜੇਕਰ ਕੋਈ ਦਾਅਵਾ ਕਰੇ ਕਿ ਇਹ ਆਵਾਜ਼ ਮੈਂ ਕੱਢ ਰਿਹਾ, ਪਰ ਨਹੀਂ, ਇਹ ਆਵਾਜ਼ ਉਸ ਕੁਦਰਤ ਦੇ ਵਿੱਚ ਅਕਾਲ ਪੁਰਖ ਸਿਸਟਮ ਇਹੋ ਜਿਹਾ ਬਣਾ ਦਿੱਤਾ ਕਿ ਜਦੋਂ ਬੰਦਾ ਇਸ ਸਾਜ਼ ਨੂੰ ਵਜਾਏਗਾ ਤੇ ਇਹ ਆਵਾਜ਼, ਇਹ ਧੁਨ ਹੈ ਜਿਹੜੀ ਉਸ ਸਾਜ਼ ਦੇ ਵਿੱਚੋਂ ਨਿਕਲੇਗੀ। ਬੰਦਾ ਦਾਅਵਾ ਨਹੀਂ ਕਰ ਸਕਦੇ ਕਿ ਆਵਾਜ਼ ਮੈਂ ਕੱਢ ਰਿਹਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵਿਸਮਾਦ ਨਾਦ, ਵਿਸਮਾਦ ਵੇਦ। ਵੇਦ ਭਾਵ ਗਿਆਨ। ਹੁਣ ਕਈ ਤਰ੍ਹਾਂ ਦਾ ਗਿਆਨ ਹੈ ਸੰਸਾਰ ਦੇ ਵਿੱਚ, ਬੰਦਾ ਚਾਹੇ ਸੰਸਾਰ ਦੇ ਚੜ੍ਹਾਈ ਕਰ ਜਾਏ, ਪਰ ਗਿਆਨ ਹੈ ਜਿਹੜਾ ਉਹ ਮੁੱਕਦਾ ਨਹੀਂ। ਹੁਣ ਗੱਡੀ ਚਲਾਉਣ ਦਾ ਇੱਕ ਆਪਣਾ ਗਿਆਨ ਹੈ, ਟਰੈਕਟਰ ਚਲਾਉਣ ਦਾ ਆਪਣਾ ਗਿਆਨ ਹੈ, ਸਾਈਕਲ ਚਲਾਉਣਾ ਆਪਣਾ ਗਿਆਨ ਹੈ। ਹੁਣ ਇਹ ਜਿਹਨੇ AC ਤਿਆਰ ਕੀਤੇ ਉਹਦਾ ਆਪਣਾ ਗਿਆਨ ਹੈ, ਜਿਹਨੇ ਪੱਖੇ ਤਿਆਰ ਕੀਤੇ ਉਸ ਦਾ ਇੱਕ ਆਪਣਾ ਗਿਆਨ ਹੈ, ਹਾਰਮੋਨੀਅਮ ਜਿਹਨੇ ਤਿਆਰ ਕੀਤਾ ਉਸ ਦਾ ਆਪਣਾ ਗਿਆਨ ਹੈ, ਜਿਹਨੇ ਤਬਲਾ ਤਿਆਰ ਕੀਤਾ ਉਹਦਾ ਆਪਣਾ ਗਿਆਨ ਹੈ। ਭਾਵ ਸੰਸਾਰ ਦੇ ਵਿੱਚ ਵੱਖੋ ਵੱਖ ਤਰ੍ਹਾਂ ਦਾ ਗਿਆਨ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਮੈਂ ਹੈਰਾਨ ਹਾਂ ਕਿ ਤੁਸੀਂ ਕਮਾਲ ਹੀ ਕੀਤੀ ਪਈ ਹੈ ਕਿ ਤੁਸੀਂ ਇੰਨੀ ਤਰ੍ਹਾਂ ਦਾ ਗਿਆਨ ਹੈ ਜਿਹੜਾ ਸੰਸਾਰ ਦੇ ਲੋਕਾਂ ਨੂੰ ਦਿੱਤਾ ਹੈ। ਗਿਆਨ ਮੁੱਕਦਾ ਨਹੀਂ। ਹੁਣ
ਬੱਚਾ ਛੋਟਾ ਹੈ, ਊੜੇ ਐੜਾ ABC ਤੋਂ ਪੜ੍ਹਾਈ ਸ਼ੁਰੂ ਕਰਦਾ ਹੈ, ਵੱਡਾ ਹੁੰਦਾ ਹੈ, +2 ਦੀ ਪੜ੍ਹਾਈ ਹੈ, ਯੂਨੀਵਰਸਿਟੀਆਂ ਦੇ ਵਿੱਚ ਚਲਾ ਜਾਂਦਾ ਹੈ। ਮੇਰੇ ਕਹਿਣ ਦਾ ਭਾਵ ਹੈ ਕਿ ਗਿਆਨ ਮੁੱਕਦਾ ਨਹੀਂ। ਬੰਦਾ ਚਾਹੇ ਚੜ੍ਹਾਈ ਕਰ ਜਾਏ, ਜੇ ਬੁਢੇਪੇ ਤੱਕ ਕੋਈ ਸੋਚੇ ਕਿ ਮੈਂ ਪੜ੍ਹਨਾ ਤਾਂ ਪੜ੍ਹ ਸਕਦਾ ਹੈ, ਗਿਆਨ ਦਾ ਕੋਈ ਅੰਤ ਨਹੀਂ। ਉਹ ਵੱਖਰੀ ਗੱਲ ਹੈ ਕਿ ਜਿਨ੍ਹਾਂ ਨੇ ਡਾਕਟਰ ਦੀ ਪੜ੍ਹਾਈ ਕੀਤੀ, ਇਹ ਗਿਆਨ ਪ੍ਰਾਪਤ ਕਰਕੇ, ਅਸੀਂ ਪਿੱਛੇ ਵੀ ਇੱਕ ਦਿਨ ਵਿਚਾਰਿਆ ਸੀ ਕਿ ਉਹਨਾਂ ਨੇ ਮਿਸਯੂਜ ਕੀਤਾ, ਗਲਤ ਵਰਤੋਂ ਕੀਤੀ ਹੈ ਗਿਆਨ ਦੀ, ਕਿਉਂਕਿ ਉਹਨਾਂ ਦੇ ਕੋਲ ਰੱਬੀ ਗਿਆਨ, ਗੁਰੂ ਦਾ ਗਿਆਨ ਨਹੀਂ ਸੀ। ਇਸੇ ਕਰਕੇ ਜਿਨ੍ਹਾਂ ਨੇ ਡਾਕਟਰ ਦੀ ਪੜ੍ਹਾਈ ਕੀਤੀ, ਗੁਰੂ ਦਾ ਗਿਆਨ ਨਹੀਂ ਸੀ, ਤਾਂ ਉਹਨਾਂ ਨੇ ਲੋਕਾਂ ਦੀਆਂ ਕਿਡਨੀਆਂ ਕੱਢ ਕੇ ਵੇਚਣੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਉਹਨਾਂ ਦੇ ਕੋਲ ਗੁਰੂ ਦਾ ਗਿਆਨ ਨਹੀਂ ਸੀ, ਗੁਰਮਤਿ ਬਾਰੇ ਨੌਲੇਜ ਨਹੀਂ ਸੀ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਵਿਸਮਾਦ ਨਾਦ ਵਿਸਮਾਦ ਵੇਦ, ਕਹਿੰਦੇ ਇਹ ਗੁਰੂ ਜੀ, ਕਹਿੰਦੇ ਮੈਂ ਜਦ ਸੰਸਾਰ ਦੇ ਵਿੱਚ ਵੱਖ-ਵੱਖ ਇਹ ਆਵਾਜ਼ਾਂ ਧੁਨੀਆਂ ਵੇਖਦਾ ਹਾਂ, ਇਹ ਵੱਖ-ਵੱਖ ਤਰ੍ਹਾਂ ਦਾ ਗਿਆਨ ਵੇਖਦਾ, ਕਹਿੰਦੇ ਮੈਂ ਵਿਸਮਾਦ ਦੇ ਵਿੱਚ ਚਲਾ ਜਾਂਦਾ, ਮੈਂ ਹੈਰਾਨ ਹੋ ਜਾਂਦਾ। ਵਿਸਮਾਦ ਨਾਦ ਵਿਸਮਾਦ ਵੇਦ, ਵਿਸਮਾਦ ਜੀ ਵਿਸਮਾਦ ਭੇਦ, ਜੀ ਭਾਵ ਜੀਵ, ਭੇਦ ਭਾਵ ਕਿਸਮਾਂ। ਹੁਣ ਕਈ ਤਰ੍ਹਾਂ ਦੀਆਂ ਜਿਹੜੇ ਜੀਵ ਨੇ, ਵੱਖ-ਵੱਖ ਕਿਸਮਾਂ ਨੇ ਜੀਵਾਂ ਦੀਆਂ, ਮੱਛੀ ਦੀਆਂ ਵੀ ਕਈ ਕਿਸਮਾਂ ਨੇ। ਹੁਣ ਇਹ ਕਹਿ ਲਈਏ ਕਿ ਬੰਦਾ ਵੀ ਕਈ ਕਿਸਮ ਦਾ ਹੈ ਸੁਭਾਅ ਕਰਕੇ। ਇੱਕ ਘਰ ਦੇ ਵਿੱਚ ਇੱਕ ਮਿੱਠਾ ਬੋਲ ਰਿਹਾ, ਇੱਕ ਕੌੜਾ ਬੋਲਦਾ, ਇੱਕ ਬੰਦਾ ਉਹ ਹੈ ਜਿਹੜਾ ਚਪੇਟ ਤੋਂ ਬਿਨਾਂ ਗੱਲ ਹੀ ਨਹੀਂ ਕਰਦਾ। ਵਿਸਮਾਦ ਜੀ ਵਿਸਮਾਦ ਭੇਦ, ਕਹਿੰਦੇ ਇਹ ਕਈ ਤਰ੍ਹਾਂ ਦੀਆਂ ਜਿਹੜੀਆਂ ਕਿਸਮਾਂ ਨੇ ਉਹ ਜੀਵਾਂ ਦੀਆਂ ਵੇਖਣ ਨੂੰ ਮਿਲ ਜਾਂਦੀਆਂ ਨੇ ਸੰਸਾਰ ਦੇ ਵਿੱਚ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਮੈਂ ਵੱਖੋ-ਵੱਖ ਜੀਵਾਂ ਦੇ ਕਿਸਮਾਂ, ਵੱਖੋ-ਵੱਖ ਇਹ ਜਿਹੜੇ ਭੇਦ ਨੇ, ਜਿਹੜੀ ਵੱਖ-ਵੱਖ ਜੀਵ ਨੇ, ਇਹਨਾਂ ਨੂੰ ਵੇਖ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਮੈਂ ਵਿਸਮਾਦ ਵਿੱਚ ਚਲਾ ਜਾਂਦਾ ਹਾਂ, ਮੈਂ ਹੈਰਾਨ ਹੋ ਜਾਂਦਾ ਹਾਂ। ਵਿਸਮਾਦ ਰੂਪ ਵਿਸਮਾਦ ਰੰਗ, ਬੜੇ ਸੋਹਣੇ ਸੋਹਣੇ ਚਿਹਰੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸੰਸਾਰ ਦੇ ਵਿੱਚ ਪੈਦਾ ਕੀਤੇ ਨੇ। ਵਿਸਮਾਦ ਰੂਪ ਵਿਸਮਾਦ ਰੰਗ, ਰੰਗ ਕਈ ਪ੍ਰਕਾਰ ਦਾ, ਕਿਸ ਦਾ ਰੰਗ ਗੋਰਾ ਹੈ, ਕਿਸ ਦਾ ਚਿੱਟਾ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਮੈਂ ਸਭ ਕੁਝ ਵੇਖ ਕੇ ਨਾ, ਤੁਹਾਡੀ ਬਣਾਈ ਹੋਈ ਕੁਦਰਤ ਦੇ ਵਿੱਚ ਇਹ ਸਭ ਕੁਝ ਵੇਖ ਕੇ ਮੈਂ ਵਿਸਮਾਦ ਦੀ ਅਵਸਥਾ ਵਿੱਚ ਆ ਜਾਂਦਾ, ਮੈਂ ਹੈਰਾਨ ਰਹਿ ਜਾਂਦਾ। ਵਿਸਮਾਦ ਰੂਪ ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੈ ਜੰਤ। ਹੁਣ ਇਸ ਕਾਦਰ ਦੀ ਬਣਾਈ ਹੋਈ ਕੁਦਰਤ ਦੇ ਵਿੱਚ ਕਈ ਜੀਵ ਨੰਗੇ ਵੀ ਨੇ। ਹੁਣ ਕਦੀ ਅਸੀਂ ਕਿਹਾ ਹੈ ਘਰਾਂ ਦੇ ਵਿੱਚ ਕੁੱਤੇ ਅਸੀਂ ਛੋਟੇ-ਛੋਟੇ ਕਤੂਰੇ ਲਿਆ ਕੇ ਰੱਖਦੇ ਹਾਂ ਕਿ ਇਹਨਾਂ ਨੂੰ ਸ਼ਰਮ ਆਉਂਦੀ ਹੋਵੇਗੀ, ਇਹਨਾਂ ਨੂੰ ਕੱਪੜੇ ਪਵਾ ਦੇ, ਇਹਨਾਂ ਨੂੰ ਪੈਂਟ ਕੋਟ ਪਵਾ ਦਈਏ ਕਿ ਇਹਨਾਂ ਨੂੰ ਸ਼ਰਮ ਆ ਰਹੀ ਹੈ? ਨਹੀਂ, ਉਹ ਜਿਹੋ ਜਿਹੇ ਇਸ ਕੁਦਰਤ ਦੇ ਵਿੱਚ ਕਾਦਰ ਨੇ ਬਣਾ ਦਿੱਤੇ, ਸਾਨੂੰ ਉਸੇ ਤਰ੍ਹਾਂ ਸੋਹਣੇ ਲੱਗਦੇ ਨੇ। ਹੁਣ ਅਸੀਂ ਕੁੱਤੇ ਦੀ ਉਦਾਹਰਨ ਦੇ ਲੈ ਲਈਏ, ਜਿਹੜਾ ਇੱਕ ਪੱਗ ਕੁੱਤਾ ਹੈ, ਬੱਚੇ ਵੇਖ ਕਈ ਵਾਰ ਜਿੱਦ ਕਰ ਜਾਂਦੇ ਨੇ ਕਿ ਕੁੱਤਾ ਅਸੀਂ ਘਰ ਦੇ ਵਿੱਚ ਲਿਆਉਣਾ, ਚਾਹੇ ਸਰੀਰ ਦੇ ਤੋਂ ਉਹਦੇ ਕੋਲ ਕੱਪੜਾ ਨਹੀਂ, ਪਰ ਫਿਰ ਵੀ ਵੇਖਣ ਨੂੰ ਸੋਹਣੇ ਲੱਗਦੇ ਨੇ। ਵਿਸਮਾਦ ਨਾਂਗੇ ਫਿਰੈ ਜੰਤ, ਕਹਿੰਦੇ ਅਨੇਕਾਂ ਇਹੋ ਜਿਹੇ ਜੀਵ ਜੰਤੂ ਨੇ ਜਿਹੜੇ ਨੰਗੇ ਫਿਰਦੇ ਨੇ, ਪਰ ਫਿਰ ਵੀ ਵੇਖਣ ਨੂੰ ਸੋਹਣੇ ਲੱਗਦੇ ਨੇ। ਹੁਣ ਮੱਛੀਆਂ ਦੀ ਗੱਲ ਕਰ ਲਈਏ ਕਿ ਹੁਣ ਵੱਖ-ਵੱਖ ਤਰ੍ਹਾਂ ਦੇ ਦਰਬਾਰ ਸਾਹਿਬ ਚਲੇ ਜਾਈਏ, ਵੱਡੇ ਬੰਦੇ ਨੇ ਜਿਹੜੇ ਮੇਰੇ ਵਰਗੇ, ਮੇਥੋਂ ਵੱਡੀ ਉਮਰ ਦੇ ਵੀ ਨੇ ਜਿਹੜੇ, ਉਹ ਵੀ ਵੇਖ ਕੇ ਕਹਿੰਦੇ ਨੇ ਕਿ ਆ ਫਲਾਣੇ ਰੰਗ ਦੀ ਮੱਛੀ ਆ, ਫਲਾਣੇ ਰੰਗ ਦੀ, ਭਾਵੇਂ ਸਰੀਰ ਉੱਤੇ ਤੇ ਕੱਪੜਾ ਨਹੀਂ, ਪਰ ਵੇਖਣ ਨੂੰ ਸੋਹਣੀਆਂ ਲੱਗਦੀਆਂ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਵਿਸਮਾਦ ਨਾਂਗੇ ਫਿਰੈ ਜੰਤ, ਕਹਿੰਦੇ ਮੈਂ ਇਹਨਾਂ ਜੀਵਾਂ ਦੀਆਂ ਕਿਸਮਾਂ ਨੂੰ ਵੇਖ ਕੇ, ਇਹ ਜਿਹੜੇ ਜੀਵ ਜੰਤੂ ਕੋਈ ਨੰਗੇ ਫਿਰਦੇ ਨੇ ਪਰ ਫਿਰ ਵੀ ਸੋਹਣੇ ਲੱਗਦੇ ਨੇ ਵੇਖਣ ਨੂੰ, ਕਹਿੰਦੇ ਮੈਂ ਵੇਖ ਕੇ ਹੈਰਾਨ ਆ, ਮੈਂ ਵਿਸਮਾਦ ਰਹਿ ਜਾਂਦਾ ਕਿ हे ਗੁਰੂ ਜੀ ਤੁਸੀਂ ਕਮਾਲ ਹੀ ਕੀਤੀ ਪਈ, ਕਮਾਲ ਹੋ ਤੁਸੀਂ ਤੇ ਕਮਾਲ ਹੀ ਕੀਤੀ ਪਈ ਹੈ ਸੰਸਾਰ ਦੇ ਵਿੱਚ ਕੁਦਰਤ ਦੇ। ਵਿਸਮਾਦ ਨਾਂਗੇ ਫਿਰੈ ਜੰਤ, ਵਿਸਮਾਦ ਪਾਉਣ ਵਿਸਮਾਦ ਪਾਣੀ, ਹਵਾ ਤੇ ਪਾਣੀ ਦੀ ਗੱਲ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ। ਵਿਸਮਾਦ ਪਾਉਣ, ਹੁਣ ਹਵਾ ਚੱਲ ਰਹੀ ਹੈ ਤੇ ਅਸੀਂ ਜਿਉ ਰਹੇ ਹਾਂ। ਹੁਣ ਜੇਕਰ ਹਵਾ ਕਵੇ ਕਿ ਮੈਂ ਕਈ ਸਾਲਾਂ ਤੋਂ, ਕੋਈ ਅਰਬਾਂ ਸਾਲਾਂ ਤੋਂ ਜਿਹੜੀ ਉਹ ਚੱਲ ਰਹੀ ਹੈ, ਤੇ ਇਹ ਪਾਤਸ਼ਾਹ ਜੀ ਗੁਰੂ ਜੀ ਮੈਂ ਥੋੜਾ ਚਿਰ ਘੰਟਾ ਆਰਾਮ ਕਰ ਲਵਾਂ, ਜੇਕਰ ਮੰਨ ਲਈ ਕਿ ਹਵਾ ਰੁਕ ਜਾਏ ਘੰਟੇ ਦੇ ਵਾਸਤੇ, ਹਾਹਾਕਾਰ ਮਚ ਜਾਏਗੀ, ਲੋਕ ਮਰਨੇ ਸ਼ੁਰੂ ਹੋ ਜਾਣਗੇ। ਕਹਿੰਦੇ ਵਿਸਮਾਦ ਪਾਉਣ ਵਿਸਮਾਦ ਪਾਣੀ, ਕਹਿੰਦੇ ਅਕਾਲ ਪੁਰਖ ਵਾਹਿਗੁਰੂ ਤੁਸੀਂ ਕਮਾਲ ਹੋ, ਇਹ ਹਵਾ ਜਿਹੜੀ ਤਿਆਰ ਕੀਤੀ ਵੇਖਦੀ ਨਹੀਂ ਪਰ ਮਹਿਸੂਸ ਕੀਤੀ ਜਾ ਸਕਦੀ ਹੈ। ਕਹਿੰਦੇ ਜੇਕਰ ਇਹ ਨਾ ਚੱਲੇ ਤਾਂ ਹਾਹਾਕਾਰ ਮਚ ਜਾਏਗੀ, ਜੀਵ ਮਰਨੇ ਸ਼ੁਰੂ ਹੋ ਜਾਣਗੇ। ਵਿਸਮਾਦ ਪਾਉਣ ਵਿਸਮਾਦ ਪਾਣੀ, ਹੁਣ ਪਾਣੀ ਕਿੱਥੋਂ ਆ ਰਿਹਾ ਹੈ, ਨਦੀਆਂ ਦੇ ਵਿੱਚ ਕਿਸ ਤਰ੍ਹਾਂ ਚੱਲ ਰਿਹਾ ਹੈ, ਕਿਹੜੀਆਂ ਲੰਮੀਆਂ ਨਦੀਆਂ ਨੇ, ਕਿੱਥੋਂ ਪਾਣੀ ਆ ਰਿਹਾ ਕਿੱਥੋਂ ਨਹੀਂ ਆ ਰਿਹਾ। ਵਿਸਮਾਦ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਮੈਂ ਹੈਰਾਨ ਰਹਿ ਜਾਂਦਾ, ਪਾਸ਼ੇ ਤੁਸੀਂ ਕਮਾਲ ਕੀਤੀ ਪਈ, ਇਹ ਪਾਣੀ ਜੇ ਨਦੀਆਂ ਦੇ ਵਿੱਚ ਵਗ ਰਿਹਾ ਹੈ,
एडे एडे वड्डे समुंदर ने पानी दे, ये नदियां ने जिहड़ी तुसीं बना दित्तियां, कहते मैं वेख के हैरान हाँ पातशाह तुसीं कमाल कीती। विस्माद पावन विस्माद पानी विस्माद अग्नि खेडां मिलानी। अग्नि भाव अग, अग दियां भी कई किस्मां ने। विस्माद अग्नि खेडां मिलानी, कहते ये अग भी आश्चर्य खेडां खेडदी है। हुण एक अग वो है जिहड़ी समुंदर दे विच पाई जाती है, बड़वा अग जिसनूं कहा जाता है। समुंदर दे विच हुंदा तां पानी है, पर समुंदर दे विच बड़वा अग पाई जाती है। ते एक अग जिहड़ी जंगल दे विच पाई जाती है, उसनूं कहा जाता है कि जिहड़ी गुरबाणी विच भी जिहदा जिक्र आया है कि दावा अगन बहुत तिरन जावे। दावा अगन आख्या बाणी दे विच कि जे जंगल दे पाई जाती है। हुण एक अग वो है जिहड़ी साडे शरीर दे अंदर पाई जाती है, जिहड़ा साडा जिहड़ा असीं प्रशादा छकने उसनूं पचाउण दा काम करदी है। एक अग वो है जिस दा असीं घरां विच वरतों करदे हां, असीं जिन्हां ते प्रशादा तैयार करदे हां, एक अग वो भी है। किंदे ये अग भी जिहड़ी अचरज तमाशे जिहड़ी खेडदी है, बाणी विच भी आए ना, हंस हेत लोभ गोप चारे नदियां अग पवै दजै नानका तरिए करमी लग। हुण जिहड़ी नदी की गल गुरबाणी विच कीती ना, हंस हेत लोभ गोप, ਉਹਦੇ ਵਿੱਚ ਪਾਣੀ नहीं, वो अग की गल करी। कहते ये अग दियां नदियां ने जिहड़ियां बंदे दे अंदर बह रही ने। विस्माद अग्नि खेडां मिलानी, कहते गुरु नानक साहब महाराज जी कहते पातशाह तुसीं कमाल कीती पई है। मैं दुनिया दे विच ਇਹਦੇ ਵੱਖ-ਵੱਖ ਤਰ੍ਹਾਂ ਦੀ ਅੱਗ ਹੈ ਜਿਹੜੀ ਵੇਖ ਕੇ ਮੈਂ ਹੈਰਾਨ ਰਹਿ ਜਾਂਦਾ ਹਾਂ। ਵਿਸਮਾਦ ਦੀ ਅਵਸਥਾ ਵਿੱਚ ਚਲਾ ਜਾਂਦਾ। ਵਿਸਮਾਦ ਅਗਨੀ ਖੇਡਾਂ ਮਿਲਾਣੀ, ਵਿਸਮਾਦ ਧਰਤੀ ਵਿਸਮਾਦ ਖਾਣੀ। गुरु नानक साहब महाराज जी कहते इस धरती बने वेख के मैं हैरान हाँ कि इहो जिहे तुसीं धरती विच की पा दिता कि धरती है जिहड़ी इन्ना इन्ना अनाज पैदा करके दे रही है, जिस अनाज के नाल बंदे की पूर्ति हो रही है, अपनी भुख खत्म कर रहा। विस्माद धरती विस्माद खानी, केतियां खानी केतियां बाणी। कई ने पर हजे वो वखरी गल कि साढ़े सामने चार हैं, अंडज जेरज उत भुद सेतज। कहते ਵੱਖ-ਵੱਖ तरीकों के नाल जिहड़े जीव पैदा हो रहे हैं। विस्माद धरती विस्माद खानी, कहते ये खाणियां का कोई अंत नहीं है। बाणी में कह दिता केतियां खानी केतियां बाणी, साढ़े सामने चार ने। विस्माद धरती विस्माद खानी। गुरु नानक साहब महाराज जी कहते मैं धरती बने वेख के एक खाणियां बने वेख के कहते मैं हैरान रह जाना। पातशाह ने कमाल की पई है कि तुसी कमाल हो जिन्हों ने ये सब कुछ बना दिता। विस्माद धरती विस्माद खानी विस्माद साध लगे परानी। कहते कई जीव वो भी ने जिहड़े स्वादां दे विच फसे पए ने। विस्माद साध लगे परानी, जिन्होंने अपने घरां दे विच टाइम टेबल बनाया है कि असीं इस समय आ चीज़ खानी है, इस समय आ चीज़ खानी है। कहते मैं हैरान हाँ कि तुहाडे देन दे विच कोई कमी नहीं ते उन्हां दे खाण दे विच भी कोई कमी नहीं। विस्माद साध लगे परानी विस्माद संजोग विस्माद विजोग, संजोग ते विजोग। कहते किते विछोड़ा है किते मिलाप है, किते कोई जीव जन्म लै रहा है, किते किसी की मौत हो रही है। कहते इस कुदरती सिस्टम बने वेख के जिहड़ा तुसीं बना दिता है, कहते मैं हैरान रह जाता हाँ कि पातशाह तुसीं कमाल कीती भी। विस्माद संजोग विस्माद विजोग। विस्माद भुख विस्माद भोग, ते किते कोई भुखमरी दे नाल मर रहा है, ते किते किस दे कोल इन्ना है ज़्यादा खाण दे नाल कोई बीमार हो रहा है। गुरु नानक साहब महाराज जी कहते मैं हैरान कि पातशाह तुसीं कमाल कीती भी। विस्माद भुख विस्माद भोग विस्माद सिफत विस्माद सलाह। कहते तुहाडी सिफत सलाह भी कमाल है। हुण इत्थे गल आवेगी कि जिहड़ी भाट साहिबाना ने गल कीती है, जिस सिफत सलाह करके उन्होंने वाहगुरु शब्द जिहड़ा कहा, वाहगुरु शब्द कहण ते मजबूर हो गए, चाहे जुबान कहण नूं तैयार नहीं, पर आप मुहारे अंदरों है जिहड़ा वो कहण मजबूर हो गए कि पातशाह तुसीं कमाल हो। कहते तुहाडी सिफत सलाह कमाल है, जिसनूं करके साडा जीवन है जिहड़ा बंदे का जीवन तब्दील हो जाता है। विस्माद सिफत विस्माद सलाह विस्माद उजड़ विस्माद राह। जिन्हां ने अकाल पुरख वाहिगुरू के दसे हुक्मां नूं जीवन विच कमाया है, उन्होंने तो सही राह लभ गया, पर जिन्हां नहीं कमाया कहते वो उजड़े रह गए, वो गलत राह ते पै गए। विस्माद उजड़ विस्माद राह, कहते वो दुनिया के गलत रस्ते दे विच पै गए। विस्माद उजड़ विस्माद राह विस्माद नेड़े विस्माद दूर। कहते कोई कह रहा है
ਕਿ ਰੱਬ ਨੇੜੇ ਹੈ ਤੇ ਕੋਈ ਕਹਿ ਰਿਹਾ ਦੂਰ ਹੈ। ਵਿਸਮਾਦ ਨੇੜਾ ਹੈ, ਵਿਸਮਾਦ ਦੂਰ, ਵਿਸਮਾਦ ਦੇਖਿਆ ਹਾਜ਼ਰਾ ਹਜ਼ੂਰ। ਕਹਿੰਦੇ ਕੋਈ ਕਹਿ ਰਿਹਾ ਕਿ ਇਹ ਤਾਂ ਹੱਥਾਂ ਪੈਰਾਂ ਤੋਂ ਨੇੜੇ ਹੈ। ਬਾਣੀ ਵਿੱਚ ਆਇਆ ਨਾ, ਕਹਿ ਰਵਿਦਾਸ ਹਾਥ ਪੈ ਨੀਰਾ ਸਹਿਜੇ ਹੋਏ ਸੋ ਹੋਈ, ਕਿ ਗੁਰੂ ਤਾਂ ਨੇੜੇ ਨੇੜਾ ਹੈ, ਦੂਰ ਨਾ ਜਾਣੇ ਨਿਤ ਸਾਰੇ ਸੰਭਾਲੇ। ਵਿਸਮਾਦ ਨੇੜਾ ਵਿਸਮਾਦ ਦੂਰ, ਵਿਸਮਾਦ ਦੇਖਿਆ ਹਾਜ਼ਰਾ ਹਜ਼ੂਰ। ਕਹਿੰਦੇ ਮੈਂ ਇਹ ਸਭ ਵੇਖ ਕੇ ਹੈਰਾਨ ਹਾਂ ਕਿ ਪਾਤਸ਼ਾਹ ਜੀ ਕਮਾਲ ਕੀਤੀ ਪਈ। ਵਿਸਮਾਦ ਦੇਖਿਆ ਹਾਜ਼ਰਾ ਹਜ਼ੂਰ, ਵੇਖ ਵਿਡਾਨ ਰਹਿਆ ਵਿਸਮਾਦ। ਕਹਿੰਦੇ ਮੈਂ ਇਸ ਵਿਡਾਨ ਨੂੰ ਭਾਵ ਇਸ ਤਮਾਸ਼ੇ ਨੂੰ ਵੇਖ ਕੇ ਕਹਿੰਦੇ ਮੈਂ ਹੈਰਾਨ ਹਾਂ। ਵੇਖ ਵਿਡਾਨ ਰਹਿਆ ਵਿਸਮਾਦ। ਹੀ ਗੁਰੂ ਜੀ ਇਹ ਪਾਤਸ਼ਾਹ ਤੁਹਾਡੀ ਬਣਾਈ ਕੁਦਰਤ ਨੂੰ ਵੇਖ ਕੇ ਮੈਂ ਹੈਰਾਨ ਹਾਂ। ਵੇਖ ਵਿਡਾਨ ਰਹਿਆ ਵਿਸਮਾਦ, ਇਹ ਸਭ ਵੇਖ ਕੇ ਕੁਦਰਤ ਦੇ ਵਿੱਚ ਮੈਂ ਹੈਰਾਨ ਰਹਿ ਜਾਂਦਾ ਹਾਂ ਕਿ ਪਾਤਸ਼ਾਹ ਤੁਸੀਂ ਕਮਾਲ ਕੀਤੀ ਪਈ ਹੈ। ਵੇਖ ਵਿਡਾਨ ਰਹਿਆ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ। ਤੇ ਅਖੀਰ ਦੇ ਵਿੱਚ ਆ ਗਿਆ ਤੇ ਨਾਲ ਇਹ ਸਮਝਾ ਦਿੱਤਾ ਕਿ ਉਸ ਕਾਦਰ ਦੀ ਬਣਾਈ ਹੋਈ ਕੁਦਰਤ ਦੇ ਵਿੱਚੋਂ ਅਸੀਂ ਕਾਦਰ ਦੇ ਦਰਸ਼ਨ ਕਰਨੇ ਨੇ। ਕਿਤੇ ਇਹ ਨਾ ਹੋਵੇ ਕਿ ਅਸੀਂ ਕੁਦਰਤ ਦੇ ਉੱਤੇ ਰੀ ਜਾਈਏ ਤੇ ਗੁਰੂ ਨੂੰ ਭੁੱਲ ਹੀ ਜਾਈ, ਕਾਦਰ ਨੂੰ ਭੁੱਲ ਜਾਈ। ਅੱਜ ਹੋਇਆ ਤਾਂ ਕੁਝ ਇਹੋ ਜਿਹਾ ਹੀ ਹੈ ਨਾ, ਕਿਤੇ ਕੁੱਤੇ ਦੀ ਪੂਜਾ ਕੀਤੀ ਜਾ ਰਹੀ ਹੈ, ਕਿਤੇ ਧਰਤੀ ਨੂੰ ਮਾਤਾ ਕਹਿ ਕੇ ਪੂਜਿਆ ਜਾ ਰਿਹਾ ਹੈ, ਕਿਤੇ ਦਰਖਤਾਂ ਦੀ ਪੂਜਾ ਕੀਤੀ ਜਾ ਰਹੀ ਹੈ, ਕੋਈ ਪਾਣੀ ਦੀ ਪੂਜਾ ਕਰ ਰਿਹਾ ਨਹੀਂ। ਉਹਨਾਂ ਨੇ ਗੁਰੂ ਜੀ ਨੇ ਸਾਨੂੰ ਇਹਨਾਂ ਚੀਜ਼ਾਂ ਦੇ ਨਾਲ ਜੋੜਿਆ। ਅਸੀਂ ਵੇਖਣਾ ਸੀ ਕਿ ਇਹਦੇ ਪਿੱਛੇ ਕੰਮ ਕੌਣ ਕਰ ਰਿਹਾ, ਚੀਜ਼ਾਂ ਬਣਾਈਆਂ ਕਿਸ ਨੇ, ਅਸੀਂ ਉਹਦੇ ਨਾਲ ਜੁੜਨਾ ਸੀ। ਤਾਂ ਹੀ ਜਦੋਂ ਅਸੀਂ ਬਾਣੀ ਨੂੰ ਪੜ੍ਹੀਏ ਤਾਂ ਬਾਣੀ ਵਿੱਚ ਆਖਿਆ ਸੀ ਨਾ ਕਿ ਕਿਆ ਉੱਠ ਉੱਠ ਦੇਖੋ ਬਪੜੇ ਇਸ ਮੇਘੇ ਹੱਥ ਨੇ, ਕਿਛ ਨਾਹੀ ਜਿਨ ਇਹ ਮੇਘ ਬਿਠਾਇਆ ਤਿਸ ਰਾਖੋ ਮਨ ਮਾਨ। ਅਸੀਂ ਜੁੜਨਾ ਸੀ ਕਾਦਰ ਦੇ ਨਾਲ, ਕੁਦਰਤ ਤੋਂ ਅਸੀਂ ਸਿੱਖਿਆ ਲੈਣੀ ਸੀ ਕਿ ਜਿਵੇਂ ਇਹ ਸਭ ਕੁਝ ਉਸਦੇ ਰੱਬੀ ਸਿਸਟਮ ਦੇ ਵਿੱਚ ਹੁਕਮ ਦੇ ਵਿੱਚ ਚੱਲ ਰਹੇ ਨੇ, ਅਸੀਂ ਵੀ ਉਸਦੇ ਹੁਕਮ ਨੂੰ ਸਮਝ ਕੇ ਗੁਰੂ ਦੇ ਪ੍ਰਤੀ ਪਿਆਰ ਆਪਣੇ ਜੀਵਨ ਵਿੱਚ ਕਮਾ ਕੇ ਅਸੀਂ ਆਪਣੇ ਜੀਵਨ ਦੇ ਵਿੱਚ ਤਬਦੀਲੀ ਲੈ ਕੇ ਆਉਣੀ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੇਖ ਵਿਡਾਨ ਰਹਿਆ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ। ਬੁੱਝਣ ਭਾਵ ਇਸ ਗੱਲ ਦੀ ਸਮਝ ਹੈ ਜਿਹੜੀ ਇਹ ਵੱਡੇ ਭਾਗਾਂ ਦੇ ਨਾਲ ਪੈ ਸਕਦੀ ਹੈ। ਨਾਨਕ